ਮਾਂ ਬੋਲੀ ਪੰਜਾਬੀ ਨੂੰ ਪ੍ਰੋਤਸਾਹਿਤ ਅਤੇ ਪ੍ਰਸਾਰਿਤ ਕਰਨ ਲਈ ਤੇਜਿੰਦਰ ਸਿੰਘ ਅਤੇ ਵਾਤਾਵਰਣ ਸੰਭਾਲ ਦਾ ਸੁਨੇਹਾ ਲੈ ਕੇ ਸ਼੍ਰੀਨਗਰ ਤੋਂ ਯਾਤਰਾ ਤੇ ਨਿਕਲੇ ਜੋਗਿੰਦਰ ਸਿੰਘ ਅਤੇ ਸੁਧੀਰ ਕੁਮਾਰ ਦਾ ਸਚਦੇਵਾ ਸਟੋਕ ਮੁੱਲਾਵਾੜੀ ਹੁਸ਼ਿਆਰਪੁਰ ਪਹੁੰਚਣ ਤੇ ਸਮਾਜ ਸੇਵਕ ਅਤੇ ਸਮਾਜ ਚਿੰਤਕ ਪਰਮਜੀਤ ਸਿੰਘ ਸਚਦੇਵਾ ਦੀ ਅਗਵਾਈ ਵਿੱਚ ਸਵਾਗਤ ਕੀਤਾ ਗਿਆ। ਇਸ ਮੌਕੇ ਸਚਦੇਵਾ ਨੇ ਉਹਨਾਂ ਵੱਲੋਂ ਕੀਤੀ ਜਾ ਰਹੀ ਯਾਤਰਾ ਦੀ ਸ਼ਲਾਘਾ ਕੀਤੀ। ਅਸੀਂ ਲਗਾਤਾਰ ਇਹ ਦੇਖ ਰਹੇ ਹਾਂ ਕਿ ਵੀ ਅਖਬਾਰਾਂ ਦੇ ਵਿੱਚ ਮੈਂ ਪੜ੍ਹਦਾ ਸੀ ਕਿ ਸਾਡੇ ਜਿਹੜੇ ਬੱਚੇ ਉਹ 10ਵੀਂ ਤੇ 12ਵੀਂ ਦੇ ਜਿਹੜੇ ਨਤੀਜੇ ਆ ਉਹ ਲਗਾਤਾਰ ਇਹ ਕਹਿ ਲਈਏ ਕਿ ਪੰਜਾਬੀ ਮੈਨੂੰ ਠੰਡੀ ਹਵਾ ਦਾ ਬੁੱਲਾ ਆ ਹੀ ਨਹੀਂ ਰਿਹਾ। ਤਕਰੀਬਨ ਲੱਖ ਬੱਚਾ ਸਾਡਾ ਪੰਜਾਬੀ 'ਚੋਂ ਫੇਲ ਹੋ ਰਿਹਾ। ਪੰਜਾਬੀ ਦਾ ਮੁੱਢਲਾ ਗਿਆਨ ਸਾਡੇ ਬੱਚਿਆਂ ਤੱਕ ਪਹੁੰਚ ਹੀ ਨਹੀਂ ਰਿਹਾ। ਮੈਂ ਸਕੂਲਾਂ ਵਿੱਚ ਜਾ ਕੇ ਜ਼ਮੀਨੀ ਤੌਰ 'ਤੇ ਦੇਖਿਆ ਕਿ ਸਾਡੇ ਜਿਹੜੇ ਬੱਚੇ ਆ ਉਹ ਸਿਹਾਰੀ ਅਤੇ ਬਿਹਾਰੀ ਨਹੀਂ ਸਮਝ ਰਹੇ। ਮੈਂ ਜਲੰਧਰ ਦੇ ਸਕੂਲਾਂ 'ਚ ਪੜ੍ਹਾ ਰਿਹਾ ਸੀ, ਉੱਥੇ ਮੈਂ ਬੱਚਿਆਂ ਨੂੰ ਕਿਹਾ ਕਿ ਇਹ ਸਿਹਾਰੀ ਹੁੰਦੀ ਹੈ, ਇਹ ਬਿਹਾਰੀ ਹੁੰਦੀ ਹੈ। ਕਹਿੰਦੇ ਨਹੀਂ ਜੀ, ਇਹਦਾ ਛੋਟੀ ਇੱਕੀ ਮਾਤਰਾ ਅਤੇ ਬੜੀ ਇੱਕੀ ਮਾਤਰਾ। ਬੜਾ ਦੁੱਖ ਹੁੰਦਾ ਹੈ ਕਿ ਜਿਹੜੇ ਸਾਡੇ ਬੱਚੇ ਆ ਉਹ ਜੱਜੇ ਤੇ ਝੱਜੇ 'ਚ, ਗੱਗੇ ਤੇ ਘੱਗੇ 'ਚ, ਬੱਬੇ ਤੇ ਭੱਬੇ 'ਚ, ਟਿੱਡੇ ਤੇ ਢੱਡੇ 'ਚ, ਨੰਨੇ ਤੇ ਨਾਣੇ 'ਚ ਫਰਕ ਹੀ ਨਹੀਂ ਸਮਝ ਰਹੇ। ਉਹਨਾਂ ਨੂੰ ਪਤਾ ਹੀ ਨਹੀਂ ਕਿ ਪਾਣੀ ਤੇ ਪਾਣੀ 'ਚ ਕੀ ਫਰਕ ਹੈਗਾ। ਸੋ ਨੰਨਾ ਨਾਣਾ ਕਿੱਥੇ ਪਊਗਾ। ਉਹ ਬਹੁਤ ਦੁਖਦਾਈ ਗੱਲਾਂ ਆ ਰਹੀਆਂ ਨੇ। ਕਹਿ ਲਈਏ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਤਕਰੀਬਨ ਅੰਗਰੇਜ਼ੀ ਦੇ ਵਿੱਚੋਂ ਜਾਂ ਆਈਲੈਟਸ ਦੇ ਵਿੱਚੋਂ 8 ਬੈਂਡ ਲੈ ਜਾਂਦੇ ਆ, ਪਰ ਜੇਕਰ ਪੰਜਾਬੀ ਦੇ ਆਈਲੈਟਸ ਲਈ ਜਾਵੇ ਤਾਂ ਸ਼ਾਇਦ ਮੈਨੂੰ ਲੱਗਦਾ 2-3 ਬੈਂਡ ਵੀ ਨਾ ਲੈ ਪਾਉਣ। ਸੋ ਪ੍ਰਣਾਮ ਨਾਮ ਜਿਹੜਾ ਦੁੱਤ ਅੱਖਰ ਕੀ ਹੁੰਦੇ ਆ, ਕਾਰਦੰਤਕ ਸ਼ਬਦ ਕਿਹੜੇ ਹੁੰਦੇ ਆ, ਸੋ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ। ਸੋ ਬੜੀ ਦੁੱਖ ਦੀ ਗੱਲ ਹੈ ਕਿ ਪੰਜਾਬੀ ਵਿਆਕਰਨ ਤਾਂ ਪੜ੍ਹਨਾ ਬਹੁਤ ਦੂਰ ਦੀ ਗੱਲ ਹੈ। ਜੇਕਰ ਕਹਿ ਲਈਏ ਕਿ ਆਪਾਂ ਕਿਸੇ ਹੁਣ ਨਿੱਜੀ ਸਕੂਲ 'ਚ ਵੀ ਚਲੇ ਜਾਈਏ ਤਾਂ ਅਸੀਂ 35 ਦੇ 35 ਬੱਚਿਆਂ ਨੂੰ ਇੱਕ ਕਲਾਸ ਦੇ ਬੱਚਿਆਂ ਨੂੰ ਪੁੱਛੀਏ ਕਿ ਵੀ ਚਲੋ ਵੀ ਊੜਾੜਾ ਸੁਣਾਓ, ਜਿਹੜੀ ਸਾਡੀ ਮਾਂ ਬੋਲੀ ਆ ਨਾ, ਤਾਂ ਊੜਾੜਾ ਸੁਣਾ ਨਹੀਂ ਪਾਉਂਦੇ ਬੱਚੇ, ਹਾਹੇ 'ਤੇ ਜਾ ਕੇ ਰੁਕ ਜਾਂਦੇ ਆ। ਉਹਨਾਂ ਨੂੰ ਕਹੋ ਕਿ ABC ਸੁਣਾਓ, ਉਹ ਨਾਲ ਦੀ ਨਾਲ ਸੁਣਾਉਂਦੇ ਆ। ਇਹ ਨਹੀਂ ਗਾ ਕਿ ਅੰਗਰੇਜ਼ੀ ਭਾਸ਼ਾ ਜਾਂ ਹਿੰਦੀ ਭਾਸ਼ਾ ਜਾਂ ਹੋਰ ਭਾਸ਼ਾਵਾਂ ਨਹੀਂ ਸਿੱਖਣੀਆਂ ਚਾਹੀਦੀਆਂ, ਸਾਰੀਆਂ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ। ਇੱਥੋਂ ਤੱਕ ਕਿ ਮੈਨੂੰ ਲੱਗਦਾ 3 ਭਾਸ਼ਾਵਾਂ ਤੋਂ ਬਾਅਦ ਵੀ ਜੇਕਰ ਤੁਹਾਡੇ ਕੋਲ ਸਮਾਂ ਬਚਦਾ, ਤੁਸੀਂ ਫਰੈਂਚ ਸਿੱਖੋ, ਤੁਸੀਂ ਸਪੈਨਿਸ਼ ਸਿੱਖੋ, ਤੁਸੀਂ ਤਾਮਿਲ ਸਿੱਖੋ, ਹੋਰ ਭਾਸ਼ਾਵਾਂ ਸਿੱਖ ਕੇ ਆਪਣੇ ਗਿਆਨ 'ਚ ਵਾਧਾ ਕਰੀਏ। ਇਹ ਸਰ ਕਿਸ ਦਿਨ ਤੁਸੀਂ ਯਾਤਰਾ ਸ਼ੁਰੂ ਕੀਤੀ ਹੈ, ਕਿੰਨੇ ਦਿਨ ਦੀ ਤੁਹਾਡੀ ਯਾਤਰਾ ਹੈ, ਕਿੱਥੋਂ ਸ਼ੁਰੂ ਕਰਕੇ ਯਾਤਰਾ ਕਿੱਥੇ ਖਤਮ ਕਰ ਲਈ? ਇਹ 14 ਅਕਤੂਬਰ ਤੋਂ ਅਸੀਂ ਸ਼ੁਰੂ ਕੀਤੀ ਸੀਗੀ, ਜਿਸ ਦੇ ਵਿੱਚ ਅਸੀਂ ਪਹਿਲਾਂ ਮਾਲਵੇ ਇਲਾਕੇ ਨੂੰ ਕੀਤਾ, ਜਿਸ ਦੇ ਵਿੱਚ ਮਾਨਸਾ ਤੋਂ ਚੱਲ ਕੇ ਤਲਵੰਡੀ ਸਾਬੋ, ਬਠਿੰਡਾ, ਗਿੱਦੜਬਾਹਾ, ਮਲੋਟ, ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਫਤਿਹਗੜ੍ਹ ਸਾਹਿਬ, ਸੰਗਰੂਰ, ਬਰਨਾਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਹੁੰਦੇ ਹੋਏ ਗੁਰਦਾਸਪੁਰ ਹੋ ਕੇ ਹੁਸ਼ਿਆਰਪੁਰ ਪਹੁੰਚਿਆ। ਤੇ ਹੁਸ਼ਿਆਰਪੁਰ ਦੀਆਂ ਜਿਹੜੀ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਕਲੱਬ ਨੇ, ਉਹਨਾਂ ਨੇ ਸਨਮਾਨਿਤ ਕੀਤਾ। ਬਹੁਤ ਧੰਨਵਾਦ ਹੈ ਇਹਨਾਂ ਦਾ। ਤੇ ਅਗਲਾ ਜਿਹੜਾ ਇਲਾਕਾ ਗਾ ਉਹ ਅਨੰਦਪੁਰ ਸਾਹਿਬ, ਭਰਤਗੜ੍ਹ, ਘਨੌਲੀ, ਰੂਪਨਗਰ, ਚੰਡੀਗੜ੍ਹ, ਪਟਿਆਲਾ ਗਾ। ਹਾਂਜੀ, ਪੰਜਾਬੀ ਮਾਂ ਬੋਲੀ ਦੀ ਜਿਹੜੀ ਇਹ ਤਰਸਯੋਗ ਹਾਲਤ ਹੈ, ਇਹ ਲਈ ਕਿਹਨੂੰ ਕਸੂਰਵਾਰ ਮੰਨਦੇ ਤੁਸੀਂ? ਇਹਦੇ ਲਈ ਇੱਕ ਵਰਗ ਨਹੀਂ ਕਸੂਰਵਾਰ ਹੈਗਾ। ਇੱਥੇ ਸਭ ਤੋਂ ਪਹਿਲਾਂ ਤਾਂ ਸਰਕਾਰਾਂ ਕਸੂਰਵਾਰ ਹੈਗੀਆਂ ਕਿ ਜੋ ਕਹਿੰਦੀ ਤਾਂ ਹੈਗੀ ਕਿ ਅਸੀਂ ਕੰਮ ਕੀਤਾ ਪੰਜਾਬੀ ਲਈ, ਪਰ ਉਹ ਹਵਾ 'ਚ ਉੱਡਦਾ ਫਿਰਦਾ ਹੈਗਾ, ਜ਼ਮੀਨ 'ਤੇ ਨਹੀਂ ਆਇਆ। ਜ਼ਮੀਨ 'ਤੇ ਮੈਂ ਜਾ ਕੇ ਸਕੂਲਾਂ 'ਚ ਦੇਖਦਾ ਤਾਂ ਉੱਥੇ ਪੰਜਾਬੀ ਦੀ ਹਾਲਤ ਬਹੁਤ ਤਰਸਯੋਗ ਆ। ਤੁਸੀਂ ਕੈਨੇਡਾ ਚਲੇ ਜਾਓ, ਅਮਰੀਕਾ ਚਲੇ ਜਾਓ, ਉੱਥੋਂ ਦੀਆਂ ਗਲੀਆਂ ਦੇ ਨਾਂ ਵੀ ਪੰਜਾਬੀ 'ਚ ਹੋ ਗਿਆ। ਉੱਥੋਂ ਦੇ ਸਕੂਲਾਂ 'ਚ ਤੁਸੀਂ ਜਾ ਕੇ ਦੇਖੋ ਪੰਜਾਬੀ 'ਚ ਪੜ੍ਹਾਉਂਦੇ ਆ। ਉੱਥੋਂ ਦੇ ਤੁਸੀਂ ਅਧਿਆਪਕਾਂ ਨੂੰ ਮਿਲੋ, ਕਹਿਣਗੇ ਅਸੀਂ ਅੰਗਰੇਜ਼ੀ 'ਚ ਪੜ੍ਹਾਵਾਂਗੇ, ਤੁਸੀਂ ਘਰੇ ਪੰਜਾਬੀ 'ਚ ਠੇਠ 'ਚ ਬੋਲਣਾ। ਪਰ ਇੱਥੋਂ ਦੇ ਇਹ ਆ ਕਿ ਵੀ ਤੁਸੀਂ ਬੱਚੇ ਜੇਕਰ ਅੰਗਰੇਜ਼ੀ 'ਚੋਂ ਇੱਕ ਅੱਧਾ ਸ਼ਬਦ ਹੀ ਪੰਜਾਬੀ ਦਾ ਬੋਲਤਾ, ਤੁਹਾਨੂੰ 50 ਰੁਪਏ ਜੁਰਮਾਨਾ ਘਰੇ ਆ ਜਾਂਦਾ ਗਾ। ਅਤੇ ਅਸੀਂ ਵੀ ਖੁਸ਼ੀ ਹੋ ਕੇ ਦਿੰਦੇ ਹਾਂ ਵੀ ਸਾਡੇ ਬੱਚੇ ਨੇ ਪੰਜਾਬੀ ਦਾ ਸ਼ਬਦ ਬੋਲਤਾ, ਸੀ ਆ ਲਓ ਜੀ 50 ਰੁਪਏ। ਕਿਉਂ ਬਈ ਅਸੀਂ ਯੂਪੀ 'ਚ ਰਹਿੰਦੇ ਹਾਂ, ਆਂਧਰਾ ਪ੍ਰਦੇਸ਼ 'ਚ ਰਹਿੰਦੇ ਹਾਂ, ਕਿ ਪੰਜਾਬੀ ਦਾ ਸ਼ਬਦ ਇੱਕ ਨਹੀਂ ਬੋਲ ਸਕਦੇ। ਸੋ ਇਹਦੇ ਲਈ ਸਰਕਾਰਾਂ ਵੀ ਜ਼ਿੰਮੇਵਾਰ ਨੇ, ਸਮਾਜ ਵੀ ਜ਼ਿੰਮੇਵਾਰ ਆ। ਉਹਨਾਂ ਸਮਾਜ ਦਾ ਇਹ ਕਹਿ ਲਈਏ ਕਿ ਜੇਕਰ ਗਲੀ 'ਚ ਕੋਈ ਬੁਲਬੁਲੇ ਵੇਚਣ ਵਾਲਾ ਆਉਂਦਾ ਤਾਂ ਜਿਹੜੀ ਘਰ ਦੀ ਸਵਾਣੀ ਆ ਉਹ ਜਵਾਕ ਨੂੰ ਬੁਲਬੁਲਾ ਨਹੀਂ ਕਹਿਣ ਦਿੰਦੀ, ਬੁਲਬੁਲਾ ਲੈਣਾ, ਤਾਂ 4 ਘਰਾਂ 'ਚ ਬੇਇੱਜ਼ਤੀ ਹੋਊਗੀ ਸਾਡੀ। ਤਾਂ ਉਹ ਕਹੂਗੀ ਜਾਂ ਤਾਂ ਬੱਚੇ ਵੀ ਤੂੰ ਬੈਲੂਨ ਕਹਿ ਦੇ ਜਾਂ ਗਵਾਰਾ ਕਹਿ। ਸੋ ਬੜਾ ਦੁੱਖ ਹੁੰਦਾ ਹੈ ਕਿ ਸਮਾਜ ਵੀ ਉਹਨਾਂ ਹੀ ਦੋਸ਼ੀ ਆ। ਸਮਾਜ ਕਹਿੰਦਾ ਕਿ ਵੀ ਅੰਗਰੇਜ਼ੀ ਬੋਲੋ ਅਤੇ ਆਪਾਂ ਕੋਈ ਮਾਡਰਨ ਕਹਾਵਾਂਗੇ, ਪਰ ਜਿੰਨੀ ਪੰਜਾਬੀ ਮਾਂ ਬੋਲੀ ਮਿੱਠੀ ਆ, ਉਨੀ ਜਿਹੜੀ ਬੋਲੀ ਅਮੀਰ ਹੈ, ਅਤੇ ਉਨੀ ਤੁਸੀਂ ਕਿਤੇ ਹੋਰ ਲੱਭ ਕੇ ਦਿਖਾ ਦਿਓ। ਤੁਸੀਂ ਜੇ ਭਾਂਡਾ ਹੈਗਾ ਉਹਨੂੰ ਤੁਸੀਂ ਪੌਟ ਕਹਿ ਦੋਗੇ ਅੰਗਰੇਜ਼ੀ 'ਚ, ਅਤੇ ਇੱਥੇ ਪੰਜਾਬੀ 'ਚ ਤੁਹਾਨੂੰ ਬਾਟੀ, ਕੌਲੀ, ਚਮਚਾ। ਲਾਸਟ ਵਿੱਚ ਇੱਕ ਤੁਸੀਂ ਕੀ ਮੈਸੇਜ ਸਮਾਜ ਨੂੰ ਜਾਂ ਸਰਕਾਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਸਮਾਜ ਨੂੰ ਤਾਂ ਇਹ ਕਹਿਣਾ ਚਾਹੂੰਗਾ ਕਿ ਜਿਹੜੀ ਆਪਣੀ ਮਾਂ ਬੋਲੀ ਆ ਉਹਨੂੰ ਬਣਦਾ ਸਨਮਾਨ ਦਿਓ। ਤੁਸੀਂ ਜੇਕਰ ਮਾਂ ਬੋਲੀ ਤੋਂ ਦੂਰ ਹੋ ਗਏ ਤਾਂ ਤੁਸੀਂ ਕੱਖ ਦੇ ਨਹੀਂ ਰਹਿਣੇ। ਇੱਥੋਂ ਸਰਕਾਰਾਂ ਨੂੰ ਕਹੂੰਗਾ ਕਿ ਇੱਥੋਂ ਨਾਲ ਭਾਸ਼ਾ ਵਿਭਾਗ ਨੂੰ ਕਹੂੰਗਾ ਕਿ ਕੰਮ ਤੁਸੀਂ ਹਵਾਈ ਨਾ ਕਰੋ, ਜ਼ਮੀਨ 'ਤੇ ਲਿਆਓ। 2020 ਦੇ ਵਿੱਚ ਇੱਕ ਕਾਨੂੰਨ ਪਾਸ ਹੋਇਆ ਸੀਗਾ ਕਿ ਜਿਹੜੇ ਦਫ਼ਤਰਾਂ ਦੇ ਬੋਰਡ ਨੇ ਉਹ ਪੰਜਾਬੀ 'ਚ ਹੋ ਜਾਣਗੇ, ਪਰ ਤਕਰੀਬਨ 1.5-2 ਸਾਲ ਹੋ ਗਏ। ਕੌਮਾਂਤਰੀ ਮਾਂ ਬੋਲੀ ਦਿਹਾੜੇ ਵਾਲੇ ਦਿਨ ਵਿਸ਼ੇਸ਼ ਇਜਲਾਸ ਵੀ ਸੱਦਿਆ ਸੀਗਾ 2020 ਦੇ ਵਿੱਚ, ਅਤੇ ਪਰ ਅੱਜ ਤੱਕ ਵੀ ਕਿਸੇ ਵੀ ਦਫ਼ਤਰ ਦੇ ਬੋਰਡ ਤੁਸੀਂ ਜਾ ਕੇ ਦੇਖ ਲਓ, ਸਾਰੇ ਅੰਗਰੇਜ਼ੀ 'ਚ ਨੇ। ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ। ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਵਾਸਤੇ ਇੱਕ ਨਵੇਕਲੇ ਤਰੀਕੇ ਨਾਲ ਮਾਨਸੇ ਦੇ ਗੱਭਰੂ ਤੇਜਿੰਦਰ ਸਿੰਘ
ਜਿਹਨੇ ਬੀੜਾ ਉੱਠਿਆ ਵੀ ਪੰਜਾਬੀ ਮਾਂ ਬੋਲੀ ਨੂੰ ਪੰਜਾਬ ਵਿੱਚ ਪ੍ਰਮੋਟ ਕੀਤਾ ਜਾਏ। ਸਾਈਕਲ ਚੁੱਕ ਕੇ ਹਰ ਸ਼ਹਿਰ ਹਰ ਗਲੀ ਮੁਹੱਲੇ ਪੰਜਾਬ ਦੇ 'ਚ ਇਹ ਚੱਕਰ ਲਾ ਰਹੇ, ਲੋਕਾਂ ਨੂੰ ਜਾਗਰੂਕ ਕਰ ਰਹੇ ਆ ਔਰ ਸਰਕਾਰ ਨੂੰ ਵੀ ਅਪੀਲ ਕਰ ਰਹੇ ਆ ਵੀ ਜਿਹੜੀ ਪੰਜਾਬ ਦੀ ਮਾਂ ਬੋਲੀ ਹੈ ਉਹਨੂੰ ਸਕੂਲਾਂ ਵਿੱਚ ਕਿਤਾਬਾਂ 'ਚ ਨਾ ਕੇਵਲ ਗਰਾਊਂਡ ਲੈਵਲ ਦੇ ਉੱਤੇ ਜਿਹੜਾ ਮਾਂ ਬੋਲੀ ਨੂੰ ਪ੍ਰਮੋਟ ਕੀਤਾ ਜਾਏ। ਅਤੇ ਇਸ ਨੂੰ ਲੈ ਕੇ ਜੇ ਆਪਾਂ ਦੇਖੀਏ ਵੀ ਅੱਜ ਕੱਲ੍ਹ ਜਿਹੜੇ ਜਦੋਂ ਕੋਈ ਅੰਗਰੇਜ਼ੀ ਬੋਲਦਾ ਨਾ ਤਾਂ ਉਹ ਲੋਕਾਂ ਦੇ ਮਨ 'ਚ ਇਹ ਪਰਸੈਪਸ਼ਨ ਵੀ ਇਹ ਬਹੁਤ ਹੁਸ਼ਿਆਰ ਹੈ। ਜੇ ਜ਼ਰੂਰੀ ਨਹੀਂ ਹੈ ਕਿਸੇ ਦੀ ਕਮਿਊਨੀਕੇਸ਼ਨ ਕੁਛ ਵੀ ਹੋ ਸਕਦੀ, ਲੇਕਿਨ ਉਹਦੀ ਜਿਹੜੇ ਥੋਟਸ ਪ੍ਰੋਸੈਸ ਆ ਉਹ ਜ਼ਿਆਦਾ ਇੰਪੋਰਟੈਂਟ ਹੈ ਭਾਸ਼ਾ ਨਾਲੋਂ। ਭਾਸ਼ਾ ਤਾਂ ਸਿਰਫ ਇੱਕ ਮਾਧਿਅਮ ਹੈ ਆਪਣੀ ਗੱਲ ਨੂੰ ਦੂਸਰੇ ਤੱਕ ਪਹੁੰਚਾਉਣ ਦਾ। ਅਤੇ ਜੇ ਪੰਜਾਬੀ 'ਚ ਵੀ ਬੋਲਦਾ ਤਾਂ ਬਹੁਤ ਅੱਛਾ ਲਿਆਕਤ ਵਾਲੇ ਬੰਦੇ ਹੋ ਸਕਦੇ। ਇਹ ਨਹੀਂ ਹੈਗਾ ਵੀ ਪੰਜਾਬੀ ਬੋਲਦਾ ਜੀ ਇਹ ਲਿਆਕਤ ਵਾਲਾ ਨਹੀਂ ਹੈ, ਲਿਆਕਤ ਤਾਂ ਉਹਦੇ ਅੰਦਰ ਆ। ਮੈਂ ਇਹੀ ਅਪੀਲ ਕਰਦਾ ਸਰਕਾਰਾਂ ਨੂੰ ਵੀ ਜਿਹੜੀ ਇਸ ਵੇਲੇ ਮਾਂ ਬੋਲੀ ਜਿਹੜੀ ਪੰਜਾਬ ਦੀ ਆ ਉਹ ਪਿੱਛੇ ਪੈ ਰਹੀ ਆ, ਉਹਨੂੰ ਜੋ ਬਣਦਾ ਮਾਣ ਸਤਿਕਾਰ ਆ ਉਹ ਦੇਣਾ ਚਾਹੀਦਾ ਸਰਕਾਰੀ ਸਕੂਲਾਂ 'ਚ ਵੀ ਅਤੇ ਪ੍ਰਾਈਵੇਟ ਸਕੂਲਾਂ 'ਚ ਵੀ। ਔਰ ਖਾਸ ਕਰਕੇ ਉਹਨਾਂ ਸਕੂਲਾਂ ਖਿਲਾਫ ਤਾਂ ਖਾਸ ਐਕਸ਼ਨ ਚਾਹੀਦਾ ਜਿਹੜੇ ਇੰਗਲਿਸ਼ ਮੀਡੀਅਮ ਸਕੂਲ ਨੇ। ਜੇ ਕੋਈ ਬੱਚਾ ਪੰਜਾਬੀ ਦਾ ਕੋਈ ਸ਼ਬਦ ਬੋਲ ਦਿੰਦਾ ਜਾਂ ਪੰਜਾਬੀ 'ਚ ਗੱਲ ਕਰਦਾ ਤਾਂ ਉਹਨੂੰ ਪੈਨਲਟੀ ਜਾਂ ਉਹਨੂੰ ਫਾਈਨ ਲਾਇਆ ਜਾਂਦਾ। ਇਹ ਜਿਹੜਾ ਬਹੁਤ ਹੀ ਮੰਦਭਾਗਾ ਹੈ। ਪੰਜਾਬ ਦੇ ਵਿੱਚ ਘੱਟੋ ਘੱਟ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਹਰ ਇੱਕ ਸਟੇਟ ਨੂੰ, ਜਿਸ ਤਰ੍ਹਾਂ ਸਾਊਥ 'ਚ ਵੀ ਚਲੇ ਜਾਈਏ, ਉਹ ਆਪਣੀ ਜਿਹੜੀ ਲੋਕਲ ਜਿਹੜੀ ਮਾਂ ਬੋਲੀ ਆ ਉਹਨੂੰ ਪਹਿਲੀ ਲੈਂਗੁਏਜ ਰੱਖਦੇ ਆ। ਅਤੇ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਸਰਕਾਰ ਨੂੰ ਚਾਹੀਦਾ ਕਿ ਸਰਕਾਰੀ ਦਫ਼ਤਰਾਂ 'ਚ ਵੀ ਅਤੇ ਸਕੂਲਾਂ 'ਚ ਵੀ ਜਿਹੜੀ ਇਹ ਪੰਜਾਬੀ ਨੂੰ ਵੱਧ ਤੋਂ ਵੱਧ ਪ੍ਰਮੋਟ ਕੀਤਾ ਜਾਏ। ਅਤੇ ਅਸੀਂ ਇਸ ਗੱਭਰੂ ਦਾ ਬਹੁਤ ਸ਼ੁਕਰੀਆ ਕਰਦੇ ਹਾਂ ਵੀ ਇਸ ਨੇ ਇਹ ਮੁਹਿੰਮ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਘਰੋਂ ਨਿਕਲਿਆ। ਔਰ ਇਹਨੂੰ ਬਹੁਤ ਸ਼ੁਭਕਾਮਨਾਵਾਂ, ਆਪਣੇ ਮਿਸ਼ਨ 'ਚ ਕਾਮਯਾਬ ਵੀ ਹੋਏ ਔਰ तंदुरुस्त सेहतमंद सेफली अपना सफ़र पूरा तय करे। बहुत बहुत शुक्रिया। मेरा नाम योगेंद्र सिंह है। आपने ये जो यात्रा शुरू की है, ये कितने दिन की यात्रा है, तो कितने किलोमीटर आपने चलना है? ये हमारी 35-40 दिन की यात्रा हो जाएगी, जिसमें हम 4000 किलोमीटर हम चलेंगे और 40 सिटीज़ को हम कवर करेंगे और 5 स्टेट जो कि JNK, हिमाचल, पंजाब, चंडीगढ़ और हरियाणा। ये इस यात्रा का मेन मोटिव क्या है? मेन मोटिव हमारा है रिड्यूस कार्बन फुटप्रिंट एंड सेव द अर्थ, एनवायरनमेंट प्रोटेक्शन बेसिकली, कि इस वातावरण को बचाओ। और ये जो गाड़ियों से और ये व्हीकल से जो प्रॉब्लम हो रही है, जो इतना भी ज़्यादा पॉल्यूशन या कार्बन एमिशन हो रहा है, उस कार्बन एमिशन को ख़त्म करो। साइकिल को अपना लाइफस्टाइल बनाओ। साइकिल से ऑफिस जाओ, साइकिल से स्कूल जाओ और साइकिल से ही आप अपनी फ़िज़िकल एक्टिविटीज़ और अपने बॉडी को तंदुरुस्त रखो, एनवायरनमेंट को भी बचाओ और अपने को भी स्वस्थ रखो। सो ये बेसिकली हमारा ये कैसे आपके मन में कैसे आया कि आपको ऐसी यात्रा करनी चाहिए? मैं साइकिलिंग पिछले 10-12 साल से कर रहा हूँ और मैं एक एंड्योरेंस साइकिलिस्ट हूँ। एंड्योरेंस साइकिलिस्ट में बोलता हूँ तो मैं लंबी डिस्टेंस की साइकिलिंग करता हूँ। और मैं लंदन, एडिनबरा, लंदन मैंने साइकिलिंग की हुई है। पेरिस, वेस्ट पेरिस, दो काफ़ी टफेस्ट इवेंट होते हैं वो किए हुए हैं। तो मैं इस कोच से हम साइकिलिंग के थ्रू पब्लिक को अवेयर करना या साइकिलिंग फॉर ए सोशल चेंज, ये हमारे दिमाग में बहुत पहले से है और हम करते रहते हैं छोटे छोटे इस तरह के इवेंट्स। सो बट नॉर्थ इंडिया में इस तरह का एक बिग स्केल पे इवेंट मैं पहली बार कर रहा हूँ। इससे भी पहले हमने साइक्लाथॉन भी मैंने काफ़ी सिटीज़ में ऑर्गेनाइज़ करी है। और इस यात्रा के दौरान भी हम एक हर सिटी में एक छोटा छोटा साइकिलिंग का साइक्लाथॉन या साइकिल इवेंट ऑर्गेनाइज़ करते हैं, जिसके थ्रू हम पब्लिक को अवेयर करते हैं कि आप आइए, साइकिल कीजिए और इन्वायरमेंट को बचाइए। और जहाँ जहाँ जैसे जाते हैं हम तो वहाँ लोगों से बातचीत होती है, जहाँ पे रुकते हैं वहाँ लोगों से बातचीत होती है। तो उस तरह के थ्रू हम ये मैसेज लोगों में स्प्रेड कर रहे हैं। अब तक कितने किलोमीटर यात्रा हो चुकी है? अब तक हमारी यात्रा लगभग 1500-1700 किलोमीटर के आसपास हो चुकी है। तो कैसा एक्सपीरियंस रहा आपका? एक्सपीरियंस बहुत अच्छा रहा। मैं ये कहना चाहूँगा कि जो बेसिकली श्रीनगर का जो लैंडस्केप है, श्रीनगर से स्टार्ट करके जम्मू तक, वो बहुत ही वीरान सा लैंडस्केप है। मतलब जिसको कि बहुत खूबसूरत माना जाता है, लेकिन वहाँ कोई पेड़ नहीं है। पूरी पहाड़ियाँ गंजी पहाड़ियाँ हैं। ऐसा लगता है कि जैसे ये भी कोई लेह लद्दाख जैसा रीजन हो। लेह लद्दाख में गंजी पहाड़ियाँ इसलिए कि वहाँ ऑक्सीजन की वजह से, बहुत हाई एल्टीट्यूड की वजह से पौधे नहीं उगते, लेकिन यहाँ पे सब पौधे काट दिए गए हैं, जिसकी वजह से सारी गंजी पहाड़ियाँ हैं जो कोई मतलब कुछ सुंदर नहीं है। लेकिन जैसे हम हिमाचल में एंटर करें, हिमाचल रिलेटिवली फिर भी काफ़ी अच्छा है और हिमाचल में ग्रीनरी फिर भी थोड़ी बहुत प्रोटेक्टेड है। सो इसी तरह से हम अनंतनाग में भी हमारा एक इंटरव्यू किया था एक टीवी चैनल ने, 2 यंग जर्नलिस्ट थे। सो उनको भी हमने ये मैसेज दिया था कि अगर आप श्रीनगर में JNK में पेड़ लगाएंगे नहीं तो फिर JNK के बहुत बुरा, वहाँ भी एनवायरनमेंट, वहाँ भी गर्मी शुरू हो जाएगी, वहाँ भी टेम्परेचर 40-45 डिग्री तक जाएगा।
तो पंजाब में एक्सपीरियंस कैसा रहा? पंजाब में बहुत अच्छा एक्सपीरियंस रहा। पंजाब में बेसिकली वैसे तो हमारा ये आज पहला ही शहर है, लेकिन जब हम ऊना से यहाँ पे घुसे तो ये जो आपका ये जो हिली टेरेन है, जो कि लोअर हिल्स है बेसिकली मैं कह सकता हूँ, क्योंकि पूरा हिमाचल करके आए, बहुत ही खूबसूरत है। और ये सारी की सारी रेतीली मिट्टी की पहाड़ियाँ हैं, तो जिसके अंदर के पौधे उगाना या पेड़ लगाना बहुत एक आसान काम है। और यहाँ पे एक और बहुत ख़ास चीज़ है कि यहाँ पे वाटर बॉडीज़ बहुत ज़्यादा है, जो पानी की बहुत आयत है। तो यहाँ पे तो एनवायरनमेंट को बहुत ही बेहतरीन उदाहरण पेश किया जा सकता है इस रीजन में एनवायरनमेंट को बचाने का। सारा आसपास का खेती का एरिया, बहुत पेड़ हैं यहाँ पे। सो ये हमें बहुत ही अच्छा लगा। ऑनेस्टली आपको बताऊँ, बिलासपुर, हमीरपुर, ऊना एंड होशियारपुर बहुत ही फैंटास्टिक बेल्ट है। लश ग्रीन है, रोड अच्छे हैं और लोग भी बहुत अच्छे हैं। रूट प्लान के जो लिए रूट क्या प्लान आपने मैसेज बनाया देना है, चाहेंगे? रूट प्लान किस ढंग से आप क्या हमने रूट प्लान इस तरह से बनाया कि जैसे हमें श्रीनगर चलना था, तो श्रीनगर से चल के पहले JNK को कवर करना था, JNK को कवर करके हिमाचल में घुसना, और फिर हिमाचल से हम कुल्लू और मनाली तक जाना, और मनाली को रीजन को कवर करके वापस आना, और फिर वापस हिमाचल के जो नीचे वाले टाउन बचे थे उनको टच करके पंजाब में घुसना। और अब यहाँ से हम बटाला और अमृतसर जाएंगे, और अमृतसर से फिर ऊपर से होते हुए हम वापस नीचे की तरफ पंजाब में घुसेंगे और फिर हरियाणा में जाएंगे। जो स्टेशन है, स्टेशन आपने पहले से तय कर रखे हैं या आने वाले जो समाज सेवी है या जो संस्थाएं हैं आपको पहले बताती है? नहीं, हमने पूरा अपना होमवर्क पहले बैठ के किया। मैंने और सुधीर जी ने, हमने पूरा 1 महीना लगाया अपने सारे स्टेशन डिस्टेंस के, किस दिन कहाँ पहुँचेंगे, कितना डिस्टेंस है, कितना डिस्टेंस कवर होगा, कहाँ पे रुकना है और कौन कौन से स्टेशन करें, पूरा हमारा पूरा प्लान है हमारे पास। डेली आप कितना कवर करते हैं? डेली एवरेज में आपको बताऊं तो 90 किलोमीटर के आसपास से 90 किलोमीटर हो जाता है। जैसे कल मैंने 110 किलोमीटर किया था, आज 50 किलोमीटर के आसपास हो गया है। उससे पहले मैंने 80 किलोमीटर किया था, फिर उससे पहले एक दिन 100 किलोमीटर किया था। तो एवरेज अगर आप लगाएंगे तो 85-90 किलोमीटर के आसपास आ जाता है। मेरा नाम सुधीर कुमार दास है और पेशे में मैं एक चार्टर्ड अकाउंटेंट हूँ। आपने सर ये साइकिल यात्रा जो शुरू की है, कहाँ से शुरू की है और कहाँ तक ये आप यात्रा करेंगे? देखिए, हमने श्रीनगर से शुरू किया था और श्रीनगर से हम दिल्ली तक जाएंगे, और श्रीनगर से दिल्ली के अंदर हमारा जो मिशन है, मिशन में हम 5 स्टेट को कवर करेंगे, जैसे कि दिल्ली, हरियाणा, पंजाब, हिमाचल और जम्मू कश्मीर। और इस 5 स्टेट के अंदर हमने 40 और उससे अधिक सिटी को कवर करने की हमारा प्रयास है। 40 सिटी, 5 स्टेट और 40 दिन का ये सफ़र है, जिसके अंदर हम 4000 किलोमीटर का माइलेज, उसके साथ 4000 सज्जनों से मिलना का प्रयास है, जिसमें आपका सिविल सोसाइटी मेंबर भी हैं, जिसमें मेरे चार्टर्ड अकाउंटेंट्स फ्रेंड्स भी है, जिसमें हमारा कुछ लोकल लीडर्स भी है, सबको मिलने की प्रयास है हमारा। जैसे आपके साथी ने बताया हमें पे बहुत अच्छा एक्सपीरियंस रहा है, आप भी साथी हो, आप अपने शब्दों में बताइए पे अब तक का एक्सपीरियंस आपका कैसा रहा है? देखिए, अब तक का जो एक्सपीरियंस है वो बहुत अमेजिंग रहा है। हमने इतना एक्सपेक्ट भी नहीं किया था कि हमको इतना कोऑपरेशन मिलेगा। ये तो हमने अपना प्रयास बिना किसी का सपोर्ट उम्मीद करे बिना हम चले थे, लेकिन वो कहते हैं ना कि अच्छी नीयत और अच्छी सोच के हिसाब से अगर चलेंगे तो ऊपर खुदा भी नीचे आ जाता है आपकी मदद करने के लिए। तो सारे मददगार हमको मिले हुए हैं। तो बाकी सब के लिए क्या मैसेज देना चाहोगे आप? देखिए, मैसेज तो मैं देना चाहूँगा, जैसे मैंने आपको बताया, मैं एक चार्टर्ड अकाउंटेंट हूँ, और लोग नॉर्मली सोचते हैं कि चार्टर्ड अकाउंटेंट वही है जो टैक्स बचाता है या रिटर्न प्रिपेयर करता है। नहीं, हम एक नेशन बिल्डिंग प्रोफेशनल से होती है। देश निर्माण करने में हम एक सहयोगी अपने आप को मानते हैं। तो इस दौरान में हम बहुत कुछ कर सकते हैं। आज ये भी एक, मैं अपना जो CA फैटर्निटी का मेंबर जिन लोगों से मैं मिलता हूँ, मैं कहता हूँ नहीं, अपने आप को कंप्यूटेशनल एक्सपर्ट मत बनाओ। आप हर एक सेक्टर में, चाहे वो एग्रीकल्चर हो, चाहे वो एनवायरनमेंट हो, चाहे कुछ भी हो, इवन लॉ एंड ऑर्डर भी हो, हर चीज़ में हम सहयोग कर सकते हैं। और सोसाइटी को अगर आगे लेके जाना है तो हमें ऑब्वियसली जो हमारा ट्रेडिशनल प्रैक्टिस है, जो हमारा मोनोटोनस प्रैक्टिस है, उससे बियॉन्ड जाना है। तो हम भी एक सिविल सोसाइटी का मेंबर ही है, और इससे हम नेशन बिल्डिंग के लिए बहुत कुछ आगे करना है। ਸਾਡੇ ਹੁਸ਼ਿਆਰਪੁਰ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿ ਅੱਜ ਹੁਸ਼ਿਆਰਪੁਰ 'ਚ 2 ਅਲਟਰਾ ਸਾਈਕਲਿਸਟ ਮਿਸਟਰ ਜੋਗਿੰਦਰ ਔਰ ਮਿਸਟਰ ਸੁਧੀਰ ਦਾਸ, ਇਹ ਦੋਨੋਂ ਅੱਜ ਹੁਸ਼ਿਆਰਪੁਰ ਪਹੁੰਚੇ ਆ। ਜਿੱਦਾਂ ਤੁਹਾਨੂੰ ਪਤਾ ਹੀ ਹੈ, ਪਹਿਲਾਂ ਵੀ ਹੁਸ਼ਿਆਰਪੁਰ ਜਿੰਨੇ ਵੀ ਸਾਈਕਲਿਸਟ ਇੱਥੋਂ ਸਾਨੂੰ ਪਤਾ ਲੱਗਦਾ ਵੀ ਜਿਹੜੇ ਹੁਸ਼ਿਆਰਪੁਰ 'ਚੋਂ ਲੰਘਦੇ, ਇੱਕ ਲੰਬਾ ਰੂਟ ਕਿਸੇ ਸੋਸ਼ਲ ਕਾਜ਼ ਨੂੰ ਲੈ ਕੇ ਕਰਦੇ ਸੀ, ਉਹਨਾਂ ਦਾ ਕੋਸ਼ਿਸ਼ ਕਰਦੇ ਉਹਨਾਂ ਦਾ ਇੱਥੇ ਹੁਸ਼ਿਆਰਪੁਰ ਪਹੁੰਚਣ ਤੇ ਉਹਨਾਂ ਦਾ ਸਵਾਗਤ ਕੀਤਾ ਜਾਏ। ਤੇ ਜਿੱਦਾਂ ਹੀ ਸਾਨੂੰ ਪਤਾ ਲੱਗਾ, ਸਾਨੂੰ ਬੜੀ ਖੁਸ਼ੀ ਹੋਈ। ਇਹ ਦੋਨੋਂ ਸਾਥੀ श्रीनगर ਤੋਂ ਚੱਲੇ ਨੇ। ਇਹਨਾਂ ਨੇ 5 ਅਲੱਗ-ਅਲੱਗ ਸਟੇਟਸ ਵਿੱਚ ਜਾ ਕੇ ਤੇ ਲੋਕਾਂ ਨੂੰ এনवायरमेंट ਦੇ ਪ੍ਰਤੀ, ਜ਼ੀਰੋ ਕਾਰਬਨ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੇ। ਬਹੁਤ ਅੱਛਾ ਸੋਸ਼ਲ ਕਾਜ਼ ਹੈ, ਔਰ ਅਸੀਂ ਇਹਨਾਂ ਨੂੰ ਬਹੁਤ ਸ਼ੁਭਕਾਮਨਾਵਾਂ ਦਿੰਦੇ, ਆਪਣੀ ਜਿਹੜੇ ਮਿਸ਼ਨ ਵਿੱਚ ਕਾਮਯਾਬ ਹੋਣ, ਲੋਕਾਂ ਨੂੰ ਪ੍ਰੇਰਿਤ ਕਰਨ। ਜਿੱਦਾਂ ਇਹਨਾਂ ਨੇ ਟਾਰਗੇਟ ਰੱਖਿਆ ਵੀ ਲੋਕ, ਅਸੀਂ ਡੇਲੀ ਇੰਨੇ ਲੋਕਾਂ ਨੂੰ ਮਿਲਣਾ, ਜਾਗਰੂਕ ਕਰਨਾ।
ਔਰ ਬਹੁਤ ਫਿਟ ਬਾਈਕਰਸ ਕਲੱਬ ਵੱਲੋਂ ਸਾਡੇ ਸਾਰਿਆਂ ਸਾਥੀਆਂ ਵੱਲੋਂ ਇਹਨਾਂ ਦਾ ਬਹੁਤ ਵੈਲਕਮ ਵੀ ਹੈ ਔਰ ਉਹਨਾਂ ਨੂੰ ਬਹੁਤ ਸ਼ੁਭ ਕਾਮਨਾਵਾਂ ਆਪਣੇ ਬਾਕੀ ਦੇ ਜਿਹੜਾ ਸਫ਼ਰ ਹੈ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਨਾਲ ਔਰ ਸੇਫਲੀ ਇਹਨਾਂ ਨੂੰ ਘਰ ਪਹੁੰਚਾਏ। ਬਹੁਤ ਸ਼ੁਕਰੀਆ। ਦ ਸਟੈਲਰ ਨਿਊਜ਼ ਲਈ ਹਰਪਾਲ ਲਾਡਾ ਦੇ ਨਾਲ ਕੈਮਰਾਮੈਨ ਜਤਿੰਦਰ ਪੇਸ ਦੀ ਰਿਪੋਰਟ।